ਸ੍ਰੀ ਨਾਨਕ ਪਗ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਬੈਠੇ ਸਭਾ ਲਗਾਏ, ਦੂਰ ਦੇਸ਼ ਤੇ ਦਵੈ ਸਿੱਖ ਆਏ। ਤਿਹ ਕੀ ਸੰਗਤ ਲਿਖ ਅਰਦਾਸ, ਪਹੁੰਚਾਈ ਸਤਿਗੁਰ ਕੇ ਪਾਸ। ਇੱਕ ਦਿਨ ਬੈਠੇ ਸਭਾ ਲਗਾਏ। ਸਤਿਗੁਰੂ ਗਰੀਬ ਨਵਾਜ ਅੰਤਰਯਾਮੀ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਆਪਣੇ ਸਿੱਖਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਨੂੰ ਸੁਣ ਕੇ ਉਹਨਾਂ ਨੂੰ ਭਾਗ ਲਾਉਣ ਵਾਲੇ, ਧੰਨ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ
ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਈਮਾਨ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਦਰਸ਼ਨ ਕਰ ਰਹੇ ਹੋ। ਰਾਗੀ ਸਿੰਘਾਂ ਨੇ ਆਪ ਜੀ ਨੂੰ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰਾਇਆ ਹੈ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਆਪ ਜੀ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਆਓ ਪਿਆਰ ਦੇ ਨਾਲ ਹਾਜ਼ਰੀਆਂ ਲਵਾਈਏ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਸਰਵਣ ਕੀਤਾ ਹਜੂਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਹੀ ਸ਼ਸਤਰ ਬਸਤਰ ਸਜਾ ਕੇ ਸਾਈਂ ਬੁੱਢਣ ਸ਼ਾਹ ਜੀ ਨੂੰ ਆਪਣਾ ਪਿਆਰਾ ਜਾਣ ਕੇ, ਆਪਣੇ ਪ੍ਰੇਮ ਵਾਲਾ ਜਾਣ ਕੇ ਸਾਈਂ ਬੁੱਢਣ ਸ਼ਾਹ ਜੀ ਦੇ ਪਾਸ ਗਏ ਹਨ। ਸਾਈਂ ਬੁੱਢਣ ਸ਼ਾਹ ਜੀ ਜੋ ਕਿ ਲਗਭਗ 500 ਸਾਲ ਦੀ ਉਮਰ ਹੈ ਉਹਨਾਂ ਦੀ, ਉੱਠ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਨਮਸਕਾਰ ਕੀਤਾ ਹੈ। ਹਜੂਰ ਮਹਾਰਾਜ ਗਰੀਬ ਨਵਾਜ ਜੀ ਸਾਹਮਣੇ ਬੈਠੇ ਆ। ਮਹਾਰਾਜ ਜੀ ਸਾਈਂ ਜੀ ਨੂੰ ਕਹਿਣ ਲੱਗੇ ਆ, ਸਾਈਂ ਜੀ ਜੇ ਤੁਸੀਂ ਕੁਝ ਸਮਾਂ ਸੰਸਾਰ ਵਿੱਚ ਹੋਰ ਰਹਿਣਾ ਚਾਹੋ, ਜਗਤ ਦਾ ਤਮਾਸ਼ਾ ਵੇਖਣਾ ਚਾਹੋ ਤੇ ਤੁਸੀਂ ਵੇਖ ਸਕਦੇ ਹੋ। ਅਸੀਂ ਤੁਹਾਡੀ ਹੋਰ ਲੰਮੀ ਉਮਰ ਕਰ ਦਿੰਦੇ ਹਾਂ, ਕਿਉਂਕਿ ਸੰਗਤ ਜੀ ਇਹ ਸਭ ਕੁਝ ਮਹਾਰਾਜ ਦੇ ਹੱਥ ਵਸ ਹਨ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕੀਰਤਨ ਦੀ ਦਾਤ ਦਿੱਤੀ ਨਾ, ਤੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਪਹਿਲਾਂ ਕਿਹਾ, ਮਰਦਾਨਿਆਂ ਮੰਗ ਕੀ ਮੰਗਣਾ ਹੈ? ਜੇ ਤੂੰ ਤ੍ਰਿਲੋਕੀ ਦਾ ਰਾਜ ਮੰਗੇ ਤੈਨੂੰ ਤ੍ਰਿਲੋਕੀ ਦਾ ਰਾਜ ਦੇ ਦੇਵਾਂਗੇ। ਮਰਦਾਨਿਆਂ ਜੇ ਤੂੰ ਕਵੇਂ ਨਾ ਮੈਂ ਸਦਾ ਹੀ ਇਸ ਸਰੀਰ ਵਿੱਚ ਰਹਿਣਾ ਤੇ ਸਦਾ ਵਾਸਤੇ ਤੈਨੂੰ ਸਰੀਰ ਵਿੱਚ ਰੱਖ ਦਿਆਂਗੇ। ਮੰਗ ਕੀ ਮੰਗਣਾ? ਤੇ ਭਾਈ ਮਰਦਾਨਾ ਜੀ ਨੇ ਆਖਿਆ ਸੀ, ਸਤਿਗੁਰੂ ਜੇ ਆਪ ਤਰੁੱਠੇ ਹੋ ਤੇ ਸਾਨੂੰ ਆਪ ਕਿਰਪਾ ਕਰਕੇ ਕੁਛ ਬਖਸ਼ਿਸ਼ ਕਰੋ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਫਿਰ ਕੀਰਤਨ ਦੀ ਦਾਤ ਦਿੱਤੀ। ਦਾਸ ਦੇ ਕਹਿਣ ਦਾ ਭਾਵ ਇਹ ਹੈ, ਜੇ ਕੋਈ ਮਹਾਰਾਜ ਕੋਲੋਂ ਲੰਮੀ ਉਮਰ ਮੰਗੇ ਤੇ ਮਹਾਰਾਜ ਦੇ ਦਿੰਦੇ ਹਨ। ਉਮਰਾਂ ਮਹਾਰਾਜ ਜੀ ਦੇ ਹੱਥ ਵਸ ਹਨ, ਕੋਈ ਵੱਡੀ ਗੱਲ ਨਹੀਂ ਹੈ। ਗੁਰੂ ਘਰ ਵਿੱਚ ਮਹਾਰਾਜ ਸਹਿਜ ਸੁਭਾਈ ਜੀਵਨ ਦਾਨ ਦਿੰਦੇ ਹਨ। ਮਹਾਰਾਜ ਸਾਈਂ ਬੁੱਢਣ ਸ਼ਾਹ ਜੀ ਨੂੰ ਕਹਿਣ ਲੱਗੇ, ਸਾਈਂ ਜੀ ਜੇ ਤੁਸੀਂ ਕਹੋ ਤੇ ਤੁਹਾਡੀ ਉਮਰ ਹੋਰ ਲੰਮੀ ਕਰ ਦਈਏ। ਤੇ ਸਾਈਂ ਬੁੱਢਣ ਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਦੇ, ਮਹਾਰਾਜ ਹੁਣ ਮੇਰਾ ਅੰਤਮ ਸਮਾਂ ਆ ਗਿਆ ਤੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ, ਮੈਂ ਆਪ ਜੀ ਦੇ ਦਰਸ਼ਨ ਕਰ ਰਿਹਾ ਹਾਂ। ਹਜ਼ਾਰਾਂ ਹਜ਼ਾਰਾਂ ਸਾਲ ਦੀ ਉਮਰ ਦੇ ਯੋਗੀ ਬੈਠੇ ਆ, ਪਰ ਉਹਨਾਂ ਨੂੰ ਇਹ ਸੁਭਾਗ ਸਮਾਂ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਐਸਾ ਸਮਾਂ ਫਿਰ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਆਪ ਕਿਰਪਾ ਕਰੋ ਤੇ ਮੈਨੂੰ ਸਰੀਰ ਤਿਆਗ ਲੈਣ ਦਿਓ। ਸਾਧ ਸੰਗਤ ਜੀ, ਸਾਈਂ ਬੁੱਢਣ ਸ਼ਾਹ ਜੀ ਨੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਸਤਿਗੁਰੂ ਜੀ ਦੇ ਸਾਹਮਣੇ ਧਰਤੀ ਦੇ ਉੱਤੇ ਆਰਾਮ ਦੀ ਅਵਸਥਾ ਵਿੱਚ ਲੰਮੇ ਪੈ ਕੇ ਗੁਰੂ ਸਾਹਿਬ ਜੀ ਨੂੰ ਨਿਹਾਰਦੇ ਨਿਹਾਰਦੇ ਆਪਣਾ ਸਰੀਰ ਤਿਆਗਿਆ ਜੀ। ਬੜੀ ਵੱਡੀ ਗੱਲ ਹੈ। ਪਿੱਛੇ ਜੇ ਵੀ ਆਪਾਂ ਇੱਕ ਧਾਰਨਾ ਪੜ੍ਹੀ ਸੀ, ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਮਹਾਰਾਜ ਬਾਣੀ ਵਿੱਚ ਵੀ ਕਿਰਪਾ ਕਰਦੇ ਆ ਕਿ ਵਾਹਿਗੁਰੂ ਦੇ ਦਰਬਾਰ ਦੇ ਅੱਗੇ ਸਰੀਰ ਤਿਆਗ ਦੇਣਾ ਬੜੀ ਵੱਡੀ ਗੱਲ ਹੈ। ਸੋ ਸਾਈਂ ਬੁੱਢਣ ਸ਼ਾਹ ਜੀ ਨੇ ਸਰੀਰ ਤਿਆਗ ਦਿੱਤਾ। ਹਜੂਰ ਮਹਾਰਾਜ ਗਰੀਬ ਨਵਾਜ ਜੀ ਨੇ ਉਹਨਾਂ ਦਾ ਸਰੀਰ ਆਪ ਦਫਨਾਇਆ ਹੈ, ਆਪ ਕਬਰ ਵਿੱਚ ਉਹਨਾਂ ਦਾ ਸਰੀਰ ਪਾਇਆ। ਇਸ ਤਰੀਕੇ ਨਾਲ ਸਾਈਂ ਬੁੱਢਣ ਸ਼ਾਹ ਜੀ ਨੂੰ ਮਹਾਰਾਜ ਜੀ ਨੇ ਨਿਹਾਲ ਕੀਤਾ। ਗੁਰੂ ਘਰ ਦੇ ਵਿੱਚ ਇੱਕ ਬਾਬਾ ਬੁੱਢਾ ਸਾਹਿਬ ਹੋਏ ਆ, ਗੁਰਸਿੱਖਾਂ ਵਿੱਚ 125 ਸਾਲ ਦੀ ਉਮਰ ਵਾਲੇ
ਇੱਕ ਸਾਈਂ ਬੁੱਢਣ ਸ਼ਾਹ ਹੋਏ ਆ, ਲਗਭਗ 500 ਸਾਲ ਦੀ ਉਮਰ ਵਾਲੇ। ਇਹ ਵੀ ਵੱਡੀ ਗੱਲ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸੰਗਤ ਜੀ ਕਪਾਲ ਮੋਚਨ ਦੀ ਧਰਤੀ ਤੇ ਉੱਤੇ 5000 ਸਾਲ ਦਾ ਬੈਠਾ ਹੋਇਆ ਜੋਗੀ ਮਿਲਿਆ ਸੀਗਾ ਜੀ। ਮਹਾਰਾਜ ਜੀ ਨੇ ਉਹਦਾ ਵੀ ਭਲਾ ਕੀਤਾ ਸੀ। ਉਧਰ ਤੁਸੀਂ ਸੁਣਿਆ ਬਾਦਸ਼ਾਹ ਇਸ ਗੱਲੋਂ ਬਹੁਤ ਜ਼ਿਆਦਾ ਤੰਗ ਹੋ ਗਿਆ ਕਿ ਮੈਂ ਚਾਰੇ ਜੰਗਾਂ ਹਾਰ ਗਿਆ ਹਾਂ। ਵਜ਼ੀਰ ਖਾਨ ਨੂੰ ਕਹਿੰਦਾ, ਵਜ਼ੀਰ ਖਾਨ ਬਹੁਤ ਸਿਆਣਾ ਹੈ। ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਸੱਚ ਦੱਸਿਆ, ਬਾਦਸ਼ਾਹ ਤੂੰ ਮਹਾਰਾਜ ਕੋਲੋਂ ਜਿੱਤ ਨਹੀਂ ਸਕਦਾ। ਬੜੀਆਂ ਖੋਲ ਕੇ ਗੱਲਾਂ ਕਹੀਆਂ। ਗੱਲ ਬਾਬਰ ਤੋਂ ਸ਼ੁਰੂ ਕੀਤੀ। ਬਾਬਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ। ਹਿਮਾਯੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ। ਅਕਬਰ ਬਾਦਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਸਿਜਦਾ ਕੀਤਾ। ਜਹਾਂਗੀਰ ਬਾਦਸ਼ਾਹ ਤੁਹਾਡੇ ਪਿਤਾ ਜੀ ਦੇ ਚਰਨਾਂ ਵਿੱਚ ਝੁਕਦਾ ਰਿਹਾ। ਤੁਸੀਂ 4 ਵਾਰ ਜੰਗ ਕੀਤੀ ਮਹਾਰਾਜ ਦੇ ਨਾਲ, ਲੱਖਾਂ ਫੌਜਾਂ ਮਰਵਾ ਲਈਆਂ, ਪਰ ਬਾਦਸ਼ਾਹ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, 4 ਜੰਗਾਂ ਵਿੱਚ ਫੌਜ ਜਿਹੜੀ ਤੁਹਾਡੀ ਹਰੀ ਹੈ, ਮਰੀ ਹੈ, ਇਹਨਾਂ ਨੂੰ ਛੱਡ ਦਿਓ। ਸਾਰਾ ਸੰਸਾਰ ਵੀ ਫੌਜ ਬਣ ਜਾਵੇ ਨਾ, ਇਸ ਸੰਸਾਰ ਦੇ ਜਿੰਨੇ ਜੀਵ ਨੇ ਸਾਰੇ ਹਥਿਆਰ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕਰਨ, ਸਾਰਾ ਸੰਸਾਰ ਹਾਰ ਜਾਏਗਾ, ਗੁਰੂ ਜੀ ਤਾਂ ਵੀ ਜਿੱਤ ਜਾਣ। ਮਹਾਰਾਜ ਦੀ ਐਡੀ ਵੱਡੀ ਸਮਰੱਥਾ ਹੈ। ਸਤਿਗੁਰੂ ਐਡੇ ਵੱਡੇ ਹਨ। ਬਾਦਸ਼ਾਹ ਜਿਨ੍ਹਾਂ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ ਸੀ, ਤੁਸੀਂ ਉਹਨਾਂ ਦੇ ਨਾਲ ਜੰਗ ਹੀ ਕਰਦੇ ਰਹੇ ਹੋ। ਗੱਲਾਂ ਦੀ ਖੇਡ ਹੀ ਹੈ। ਅੱਜ ਮੈਨੂੰ ਇੱਕ ਗੁਰਮੁਖ ਪਿਆਰਾ ਬਚਨ ਸੁਣਾ ਰਿਹਾ ਸੀ। ਬੋਲਾਂ ਦੀ ਖੇਡ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਵੀ ਕਥਾ 'ਚ ਕਹਿ ਰਹੇ ਸੀ, 2 ਬੋਲ ਹੀ ਪਿਆਰ ਦੇ ਹੁੰਦੇ ਆ ਜਿਹੜੇ ਤਪਦੇ ਹਿਰਦਿਆਂ ਨੂੰ ਠਾਰ ਦਿੰਦੇ ਆ। 2 ਬੋਲ ਹੀ ਗੁੱਸੇ ਦੇ ਹੁੰਦੇ ਆ ਜਿਹੜੇ ਠੰਡੇ ਹਿਰਦਿਆਂ ਨੂੰ ਵੀ ਤਾਪ ਦਿੰਦੇ ਆ। 2 ਬੋਲ ਹੁੰਦੇ ਆ ਚਿਰਾਂ ਦੀ ਯਾਰੀ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ, ਤੇ 2 ਬੋਲ ਹੀ ਪਿਆਰ ਦੇ ਹੁੰਦੇ ਆ, ਬੜੇ ਚਿਰ ਦੀ ਦੁਸ਼ਮਣੀ ਮੁੜ ਯਾਰੀ ਵਿੱਚ ਬਦਲ ਜਾਂਦੀ ਹੈ। ਸੰਸਾਰ 'ਚ ਹੈ ਕੀ ਹੈ? ਬੋਲ ਹੀ ਤਾਂ ਹੈ। ਮਹਾਰਾਜ ਕਹਿੰਦੇ ਬੋਲਤ ਬੜੇ ਬੇਕਾਰਾ। ਬੋਲਾਂ ਰਾਹੀਂ ਬੜਾ ਕੁਝ ਹੋ ਜਾਂਦਾ ਹੈ। ਬੰਦਾ ਸਿਆਣੇ ਬੋਲ ਬੋਲੇ, ਉਹਦਾ ਆਪਣਾ ਵੀ ਭਲਾ ਹੋਵੇ, ਦੂਜੇ ਦਾ ਵੀ ਭਲਾ ਹੋਵੇ। ਗੰਢ ਪ੍ਰੀਤੀ ਮਿੱਠੇ ਬੋਲ, ਬੋਲਾਂ ਦੀ ਗੱਲ ਹੈ ਸਾਰੀ। ਹਜੂਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਇੰਨੇ ਬੇਬਾਕ ਸ਼ਬਦਾਂ ਦੇ ਵਿੱਚ ਵਜ਼ੀਰ ਖਾਨ ਨੇ ਸ਼ਾਹਜਹਾਂ ਨੂੰ ਕਿਹਾ ਕਿ ਸ਼ਾਹਜਹਾਂ ਮੁਆਫੀ ਮੰਗਣ ਵਾਸਤੇ ਤਿਆਰ ਹੋ ਗਿਆ। ਸਤਿਗੁਰੂ ਜੀ ਵੱਲ ਮੁਖ ਕਰਕੇ, ਸ਼ਾਹਜਹਾਂ ਮਹਾਰਾਜ ਜੀ ਦੇ ਵੱਲ ਨੂੰ ਮੁਖ ਕਰਕੇ ਧਰਤੀ ਤੇ ਮੱਥਾ ਰੱਖ ਕੇ, ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਅੱਜ ਤੋਂ ਮੈਂ ਤੌਬਾ ਕਰਦਾ ਹਾਂ, ਮੈਂ ਆਪ ਜੀ ਦੇ ਨਾਲ ਕਦੀ ਵੀ ਜੰਗ ਨਹੀਂ ਕਰਾਂਗਾ, ਜੰਗ ਨਹੀਂ ਕਰਾਂਗਾ। ਜਿੰਨਾ ਚਿਰ ਤੱਕ ਮੇਰਾ ਸਰੀਰ ਹੈ ਮੈਂ ਜੰਗ ਨਹੀਂ ਕਰਾਂਗਾ। ਇਹ ਬੋਲ ਸ਼ਾਹਜਹਾਂ ਬੋਲ ਕੇ ਮੁਆਫੀ ਮੰਗਦਾ। ਇੱਥੋਂ ਤੱਕ ਆਪ ਜੀ ਨੇ ਕਥਾ ਸੁਣੀ ਹੈ। ਉਧਰ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੱਜੇ ਹਨ। ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਹਨ। ਅੱਗੋਂ ਹੁਣ ਕਥਾ ਸੁਣੋ, ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਬੈਠੇ ਸਭਾ ਲਗਾਏ। ਹਜੂਰ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸਭਾ ਲਗਾ ਕੇ ਬੈਠੇ ਹਨ। ਮਹਾਰਾਜ ਜੀ ਦਾ ਤਖਤ ਲੱਗਾ ਹੈ। ਮਹਾਰਾਜ ਆਪ ਤਖਤ ਤੇ ਸੱਜੇ ਹਨ। ਚੰਦੋਆ ਸਾਹਿਬ ਲੱਗਾ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਉੱਤੇ ਚੌਰ ਸਾਹਿਬ ਹੋ ਰਿਹਾ ਹੈ। ਦੂਰ ਦੇਸ਼ ਤੇ ਦਵੈ ਸਿੱਖ ਆਏ। ਦੂਰ ਦੇਸ਼ ਤੋਂ ਨਾ, ਪੰਜਾਬ ਤੋਂ ਬਾਹਰੋਂ ਦੋ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਤਿਹ ਕੀ ਸੰਗਤ ਲਿਖ ਅਰਦਾਸ। ਉਥੋਂ ਦੀ ਸੰਗਤ ਨੇ ਅਰਦਾਸ ਲਿਖੀ ਸੀ ਮਹਾਰਾਜ ਦੇ ਚਰਨਾਂ 'ਚ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇੱਕ ਚਿੱਠੀ ਲਿਖੀ ਹੈ। ਪਹੁੰਚਾਈ ਸਤਿਗੁਰ ਕੇ ਪਾਸ। ਉਹ ਜਿਹੜੇ ਦੋ ਸਿੱਖ ਆਏ ਆ, ਉਹਨਾਂ ਨੇ ਫਿਰ ਆਪਣੇ ਨਗਰ ਦੀ ਚਿੱਠੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਰੱਖੀ। ਕਰ ਬੰਧਨ ਧਰ ਦੀਨ ਅਗਾਰੀ। ਦੋਵਾਂ ਜਣਿਆਂ ਨੇ ਆ ਕੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕ ਕੇ ਉਹ ਚਿੱਠੀ ਸਤਿਗੁਰੂ ਜੀ ਦੇ ਅੱਗੇ ਰੱਖੀ। ਖੋਲ ਸੋ ਪਠੀ ਹਕੀਕਤ ਸਾਰੀ। ਮਹਾਰਾਜ ਗਰੀਬ ਨਵਾਜ ਜੀ ਨੇ ਉਹ ਚਿੱਠੀ, ਗੁਰਸਿੱਖਾਂ ਦਾ ਅਰਦਾਸ ਪੱਤਰ, ਉਹਨੂੰ ਖੋਲ ਕੇ ਪੜਿਆ। ਸ਼੍ਰੀ ਸਤਿਗੁਰ ਤੁਮ ਹੋ ਬਸ ਪ੍ਰੇਮ। ਕੀ ਲਿਖਿਆ ਸੀਗਾ ਉਸ ਚਿੱਠੀ 'ਚ? ਉਸ ਇਲਾਕੇ ਦੀ ਸੰਗਤ ਲਿਖਦੀ, ਮਹਾਰਾਜ, ਹੇ ਗੁਰੂ ਹਰਗੋਬਿੰਦ ਸਾਹਿਬ, ਮਹਾਰਾਜ ਆਪ ਪ੍ਰੇਮ ਦੇ ਵਸ ਹੋ। ਆਖੋ ਵਾਹਿਗੁਰੂ ਵਾਹਿਗੁਰੂ। ਬਸ 1 ਮਿੰਟ ਲਈ ਇੱਥੇ ਰੁਕਣ ਲੱਗਾ। ਇਹਦੇ 'ਚ ਕੋਈ ਸ਼ੱਕ ਨਹੀਂ, ਸਾਧ ਸੰਗਤ ਜੀ, ਮੇਰੇ ਸਤਿਗੁਰੂ ਜੀ ਪਿਆਰ ਦੇ ਵਸ ਹਨ। ਜੇ ਕੋਈ ਗੁਰੂ ਕਾ ਸਿੱਖ ਮਹਾਰਾਜ ਜੀ ਨੂੰ ਪਿਆਰ ਕਰਦਾ ਹੈ ਨਾ, ਤੇ ਮਹਾਰਾਜ ਕੁੱਲ ਦੁਨੀਆ ਦੇ ਖਜ਼ਾਨੇ ਉਹਨੂੰ ਬਖਸ਼ਿਸ਼ ਕਰ ਦਿੰਦੇ ਹਨ। ਉਹਨਾਂ ਸਿੱਖਾਂ ਨੇ ਮਹਾਰਾਜ ਨੂੰ ਚਿੱਠੀ ਲਿਖੀ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਪ੍ਰੇਮ ਦੇ ਵਸ ਹੋ। ਪਹੁੰਚੋ ਹੋ ਸਿੱਖਨ ਢਿੱਗਦੇ ਹੋ ਸ਼ੇਮ। ਸਾਡਾ ਬੜਾ ਹੀ ਜੀ ਕਰਦਾ ਹੈ ਆਪ ਜੀ ਦੇ ਦਰਸ਼ਨ ਕਰਨ ਨੂੰ। ਮਹਾਰਾਜ ਆਪ ਕਿਰਪਾ ਕਰੋ ਤੇ ਸਾਡੇ ਨਗਰ ਵਿੱਚ ਚਰਨ ਪਾਓ। ਮਹਾਰਾਜ ਚਰਨ ਪਾ ਕੇ ਸਾਨੂੰ ਦਰਸ਼ਨ ਬਖਸ਼ਿਸ਼ ਕਰੋ। ਮਹਾਰਾਜ ਸਾਡਾ ਵੀ ਕਲਿਆਣ ਹੋਵੇ। ਇਹੋ ਸਭ ਦੇਸ਼ ਦਾਸ ਗੁਰ ਕੇਰਾ। ਇਹ ਸਾਰਾ ਦੇਸ਼ ਮਹਾਰਾਜ ਆਪ ਜੀ ਦਾ ਸਿੱਖ ਹੈ। ਸਾਧ ਸੰਗਤ ਜੀ, ਪਹਿਲੇ ਸਮੇਂ 'ਚ ਪਿੰਡਾਂ ਦੇ ਪਿੰਡ, ਨਗਰਾਂ ਦੇ ਨਗਰ ਹੀ ਗੁਰੂ ਜੀ ਦੇ ਸਿੱਖ ਸਨ। ਹਾਂਜੀ, ਚਾਹਤ ਹੈ ਇਤ ਦਰਸ਼ਨ ਹੇਰਾ। ਮਹਾਰਾਜ ਸਾਡਾ ਸਾਰਾ ਹੀ ਨਗਰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਵੇਖੋ, ਕੋਈ ਨਗਰ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਚਲੋ ਉਹ ਇਕੱਠੇ ਹੋ ਕੇ ਦਰਸ਼ਨ ਕਰਨ ਆ ਵੀ ਜਾਣਗੇ, ਤੇ ਬੜੇ ਬੱਚੇ ਨੇ, ਬੜੇ ਬਜ਼ੁਰਗ ਨੇ, ਸਾਰੇ ਤਾਂ ਵੀ ਨਹੀਂ ਸੀ ਆ ਸਕਦੇ, ਪਰ ਦਰਸ਼ਨ ਕਰਨ ਦੀ ਸਾਰਿਆਂ ਦੀ ਇੱਛਾ ਹੈ। ਹਾਂਜੀ, ਆਪਣੋ ਘਰ ਪਾਵਨ ਕੋ ਕਰੈ। ਹਜੂਰ ਮਹਾਰਾਜ ਆਪ ਕਿਰਪਾ ਕਰੋ। ਮਹਾਰਾਜ ਆਪ ਸਾਡੇ ਇਲਾਕੇ ਵਿੱਚ ਆ ਕੇ ਵੀ ਸਾਡੇ ਘਰ ਵਿੱਚ ਵੀ ਚਰਨ ਪਾਓ। ਰਾਵਰ ਕੇ ਪਾਵਨ ਜਬ ਪਰੈ। ਜਦੋਂ ਮਹਾਰਾਜ ਆਪ ਜੀ ਦੇ ਪਵਿੱਤਰ ਚਰਨ ਸਾਡੇ ਘਰਾਂ ਵਿੱਚ ਪੈਣਗੇ, ਤੇ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਸਾਡੇ ਘਰ ਪਵਿੱਤਰ ਹੋ ਜਾਣਗੇ। ਇਸ ਤਰੀਕੇ ਨਾਲ ਸਿੱਖ ਅਰਦਾਸ ਬੇਨਤੀ ਲਿਖ ਕੇ ਭੇਜ ਰਹੇ ਆ। ਸੁਨ ਸਤਿਗੁਰੂ ਸ਼੍ਰੀ ਮੁਖ ਮੁਸਕਾਏ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਉਹਨਾਂ ਦੀ ਅਰਦਾਸ ਪੜ੍ਹ ਕੇ ਨਾ ਮਹਾਰਾਜ ਮੁਸਕਰਾਏ। ਉਹਦਾ ਕਾਰਨ ਪਤਾ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੁਰਨਾ ਬਣਾ ਲਿਆ ਸੀ ਵੀ ਹੁਣ ਕੀਰਤਪੁਰ ਸਾਹਿਬ 'ਚ ਹੀ ਰਵਾਂਗੇ, ਹੁਣ ਸਰੀਰ ਕਰਕੇ ਕਿਤੇ ਬਾਹਰ ਨਹੀਂ ਜਾਣਾ, ਹੁਣ ਟਿਕਾਓ ਕਰਨਾ। ਕਾਰਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਲੰਮੀਆਂ ਯਾਤਰਾਵਾਂ ਕੀਤੀਆਂ। ਭਾਈ ਕੀ ਡਰੌਲੀ, ਭਾਈ ਰੂਪੇ, ਫਿਰ ਮਾਲਵੇ ਵਿੱਚ ਚਰਨ ਪਾਏ ਸੱਚੇ ਪਾਤਸ਼ਾਹ। ਸ੍ਰੀ ਹਰਗੋਬਿੰਦਪੁਰ ਲੰਮਾ ਸਮਾਂ ਰਹੇ, ਕਰਤਾਰਪੁਰ ਸਾਹਿਬ ਲੰਮਾ ਸਮਾਂ ਰਹੇ, ਕਸ਼ਮੀਰ ਦੀ ਧਰਤੀ ਤੇ ਗਏ ਹੈ, ਮਹਾਰਾਜ ਸ਼੍ਰੀਨਗਰ ਦੀ ਧਰਤੀ ਤੇ ਗਏ ਹੈ, ਕਿੰਨੇ ਅਸਥਾਨਾਂ ਤੇ ਮਹਾਰਾਜ ਨੇ ਚਰਨ ਪਾਏ ਹੈ। ਤੇ ਹੁਣ ਮਹਾਰਾਜ ਨੇ ਫੁਰਨਾ ਬਣਾਇਆ ਵੀ ਇੱਕ ਜਗ੍ਹਾ ਟਿਕ ਕੇ ਰਹੀਏ, ਇੱਕ ਜਗ੍ਹਾ ਟਿਕਾਓ ਵਿੱਚ ਬੈਠੀਏ। ਜਦੋਂ ਉਹਨਾਂ ਸਿੱਖਾਂ ਨੇ ਬੇਨਤੀ ਲਿਖੀ ਕਿ ਮਹਾਰਾਜ ਕਿਰਪਾ ਕਰੋ ਸਾਡੇ ਨਗਰ ਵਿੱਚ ਚਰਨ ਪਾਓ, ਤੇ ਮਹਾਰਾਜ ਪੜ੍ਹ ਕੇ ਮੁਸਕਰਾ ਪਏ। ਦੇਸ਼ ਦੂਰ ਬਹੁ ਕਿਤ ਕੋ ਜਾਏ। ਮਹਾਰਾਜ ਕਹਿਣ ਲੱਗੇ ਵੀ ਦੇਸ਼ ਦੂਰ ਹੈ, ਜਾਂਦਿਆਂ ਵੀ ਸਮਾਂ ਲੱਗਣਾ। ਵੇਖੋ, ਜਦੋਂ ਜਾਣਾ ਸੀ ਤੇ ਨਾਨਕ ਮੱਤੇ ਵੀ ਗਏ ਮਹਾਰਾਜ, ਤੇ ਹੁਣ ਨਗਰ ਦੂਰ ਹੈ,
ਤੇ ਜਾਂਦਿਆਂ ਵੀ ਸਮਾਂ ਲੱਗਣਾ ਹੈ, ਫਿਰ ਆਉਂਦਿਆਂ ਸਮਾਂ ਲੱਗਣਾ ਹੈ। ਹਾਂਜੀ, ਵਿਧੀ ਚੰਦ ਕੀ ਦਿਸ਼ਾ ਨਿਹਾਰਾ। ਆਖੋ ਸ੍ਰੀ ਵਾਹਿਗੁਰੂ। ਸੰਗਤ ਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਹਨ। ਬਾਬਾ ਬਿਧੀ ਚੰਦ ਜੀ, ਸਤਿਗੁਰੂ ਜੀ ਨੇ ਉਸ ਸਮੇਂ ਬਾਬਾ ਜੀ ਦੇ ਵੱਲ ਦੇਖਿਆ, ਬਾਬਾ ਬਿਧੀ ਚੰਦ ਜੀ ਦੇ ਵੱਲ। ਹਾਂਜੀ, ਹਿਤ ਭੇਜਨ ਕੇ ਬਾਕ ਉਚਾਰਾ। ਮਹਾਰਾਜ ਨੇ ਫੁਰਨਾ ਬਣਾਇਆ ਕਿ ਬਾਬਾ ਬਿਧੀ ਚੰਦ ਜੀ ਨੂੰ ਭੇਜ ਦਿੰਨੇ ਆ, ਬਾਬਾ ਜੀ ਨੂੰ ਭੇਜ ਦਿੰਨੇ ਆ। ਤੇ ਬਾਬਾ ਬਿਧੀ ਚੰਦ ਜੀ ਨੂੰ ਅੱਗੇ ਬਿਠਾ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਜੀ ਬਹੁਤ ਵੱਡਾ ਬਚਨ ਕੀਤਾ, ਬੜਾ ਹੀ ਵੱਡਾ ਬਚਨ ਕਰਤਾ, ਜਿਹੜਾ ਆਮ ਤੌਰ ਤੇ ਸੰਸਾਰੀ ਬੰਦਾ ਵੀ ਕੋਈ ਬਚਨ ਨਹੀਂ ਕਰ ਸਕਦਾ। ਹਾਂਜੀ, ਤੋਹੇ ਮੋਹੇ ਮੈਂ ਭੇਦ ਨਾ ਕੋਈ। ਮਹਾਰਾਜ ਕਹਿਣ ਲੱਗੇ, ਬਿਧੀ ਚੰਦ ਜੀ, ਹੁਣ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ। ਆਖੋ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਧੰਨ ਬਾਬਾ ਬਿਧੀ ਚੰਦ ਸਾਹਿਬ। ਚੇਤਾ ਰੱਖਿਓ, ਬਾਬਾ ਬਿਧੀ ਚੰਦ ਜੀ ਨੂੰ ਧੰਨ ਕਹਿਣਾ ਸਮਝੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਧੰਨ ਕਹਿਣਾ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਦਿਲ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਿਲ ਹੋਣ ਦਾ ਮਾਣ ਹੈ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ। ਪਿਆਰ ਨਾਲ ਫਿਰ ਕਹਿ ਦਿਓ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਮਹਾਰਾਜ ਕਹਿਣ ਲੱਗੇ, ਬਿਧੀ ਚੰਦ, ਤੋਰ ਮੋਰ ਮੈਂ ਭੇਦ ਨਾ ਕੋਈ। ਤੇਰੇ ਵਿੱਚ ਤੇ ਸਾਡੇ ਵਿੱਚ ਹੁਣ ਕੋਈ ਵੀ ਫਰਕ ਨਹੀਂ ਰਹਿ ਗਿਆ। ਪਹੁੰਚੋ ਤਹਾਂ ਸਿਦਕ ਲਿਹੋ ਜੋਈ। ਮਹਾਰਾਜ ਕਹਿਣ ਲੱਗੇ, ਹੁਣ ਜਾਓ, ਜਿੱਥੋਂ ਇਹ ਪ੍ਰੇਮੀ ਆਏ ਆ ਨਾ ਉੱਥੇ ਜਾਓ, ਉਥੋਂ ਦੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਨ, ਸਿੱਖੀ ਦੀ ਭਾਵਨਾ ਉਹਨਾਂ ਵਿੱਚ ਹੋਰ ਵਧੇ। ਸਭ ਸੰਗਤ ਕੋ ਦਰਸ਼ਨ ਦੀਜੈ। ਉਂਝ ਚੇਤਾ ਰੱਖਿਓ, ਸਿੱਖ ਸਦਾ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਹੀ ਕਰਦਾ ਹੈ। ਜੇ ਕੋਈ ਸੰਗਤਾਂ ਨੂੰ ਦਰਸ਼ਨ ਦੇ ਸਕਦਾ ਹੈ ਨਾ, ਉਹ ਮਹਾਰਾਜ ਹਨ। ਸਤਿਗੁਰੂ ਜੀ ਦਰਸ਼ਨ ਦੇ ਸਕਦੇ ਆ, ਤੇ ਸਤਿਗੁਰੂ ਜੀ ਦਾ ਰੂਪ ਹੈ ਬਾਬਾ ਬਿਧੀ ਚੰਦ ਸਾਹਿਬ ਜੀ। ਸੋ ਮਹਾਰਾਜ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਨੂੰ, ਤੁਸੀਂ ਜਾਓ ਤੇ ਉਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿਓ। ਗੁਰ ਕੀ ਕਾਰ ਸੰਭਾਰ ਸੋ ਲੀਜੈ। ਤੇ ਜੋ ਵੀ ਉਹ ਭੇਟਾ ਦੇਣ, ਉਹ ਭੇਟਾ ਸੰਭਾਲ ਕੇ ਲੈ ਆਉਣੀ ਇੱਥੇ। ਹਾਂਜੀ, ਸੁਨ ਆਇਸ ਕੋ ਬਿਲਮ ਨਾ ਕਰੀ। ਆਗਿਆ ਸੁਣੀ। ਬਾਬਾ ਬਿਧੀ ਚੰਦ ਜੀ ਨੇ 7 ਬਚਨ ਕਿਹਾ ਜੀ, 7 ਬਚਨ ਕਿਹਾ ਜੀ। ਬੜੀ ਵੱਡੀ ਗੱਲ ਹੈ। ਵੇਖੋ, ਜਿੱਥੇ ਮਹਾਰਾਜ ਆਪ ਨਹੀਂ ਨਾ ਜਾਂਦੇ, ਉੱਥੇ ਬਾਬਾ ਬਿਧੀ ਚੰਦ ਜੀ ਨੂੰ ਭੇਜ ਦਿੰਦੇ ਹੈ। ਤੁਸੀਂ ਅੰਦਾਜ਼ਾ ਲਾਓ, ਬਾਬਾ ਬਿਧੀ ਚੰਦ ਸਾਹਿਬ ਜੀ ਫਿਰ ਮਹਾਰਾਜ ਦੇ ਕਿੰਨੇ ਵੱਡੇ ਸਿੱਖ ਹੋਣਗੇ। ਮਹਾਰਾਜ ਗਰੀਬ ਨਵਾਜ ਜੀ ਦੀ ਆਗਿਆ ਸੁਣ ਕੇ ਬਾਬਾ ਜੀ ਨੇ 7 ਬਚਨ ਕਿਹਾ। ਚੱਲਨ ਹੇਤ ਮਨਸਾ ਉਰ ਧਰੀ। ਤੇ ਚੱਲਣ ਦੀ ਫਿਰ ਤਿਆਰੀ ਕੀਤੀ ਜੀ। ਹਾਂਜੀ, ਚਰਨ ਕਮਲ ਕੋ ਬੰਧਨ ਕਰਕੇ। ਤੁਰਨ ਲੱਗੇ ਤੇ ਬਖਸ਼ਿਸ਼ਾਂ ਤੇ ਗੁਰੂ ਸਾਹਿਬ ਨੇ ਦੇ ਕੇ ਤੋਰਨਾ ਨਾ। ਤੁਰਨ ਲੱਗਿਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਸਿਰ ਰੱਖਿਆ, ਨਮਸਕਾਰ ਕੀਤੀ। ਗਮਨਿਓ ਵਿਧੀ ਚੰਦ ਹਿਤ ਧਰ ਕੇ। ਤੇ ਬੜੇ ਪਿਆਰ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ, ਸਾਧ ਸੰਗਤ ਜੀ, ਉਸ ਇਲਾਕੇ ਨੂੰ ਤੁਰ ਪਏ। ਦੋਹਰਾ ਅਜ਼ਮਤ ਦੇ ਸ੍ਰੀ ਸਤਿਗੁਰੂ ਵਿਧਿਆ ਦਿਓ ਪਠਾਏ। ਮਹਾਰਾਜ ਨੇ ਖਾਲੀ ਨਹੀਂ ਭੇਜਿਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਨੇ ਖਾਲੀ ਨਹੀਂ ਭੇਜਿਆ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਰਾਮਾਤਾਂ ਦੇ ਕੇ ਤੋਰਿਆ, ਕਿਉਂਕਿ ਆਪਣਾ ਰੂਪ ਜੂ ਬਣਾ ਕੇ ਭੇਜਣ ਦਾ ਹੈ। ਬੜੀਆਂ ਕਰਾਮਾਤਾਂ ਦੇ ਕੇ
ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਤੋਰਿਆ। ਸਤਨਾਮ ਸ਼੍ਰੀ ਮੰਤਰ ਜਪ ਪਹੁੰਚਿਓ ਮਗ ਸਹਸਾਏ। ਤੇ ਫਿਰ ਬਾਬਾ ਜੀ ਰਸਤੇ 'ਚ ਤੁਰਦੇ ਆ ਤੇ ਕਿਵੇਂ ਤੁਰਦੇ ਆ? ਮਹਾਰਾਜ ਜੀ ਦੇ ਦਿੱਤੇ ਹੋਏ ਸਤਨਾਮ ਮੰਤਰ ਦਾ ਜਾਪ ਜਪਦੇ ਆ। ਵਾਹਿਗੁਰੂ 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 ਵਾਹਿਗੁਰੂ। ਗੁਰ ਮੰਤਰ ਦਾ ਜਾਪ ਜਪਦੇ ਬਾਬਾ ਬਿਧੀ ਚੰਦ ਸਾਹਿਬ ਅੱਗੇ ਤੁਰ ਪਏ। ਚੌਪਈ ਪੂਰਬ ਦਖਣ ਸਿੰਧ ਜੇ ਅਹੈ, ਅਗਨ ਕੋਲ ਮਹਿਸੇ ਨਰ ਰਹੈ। ਤੇ ਪੂਰਬ ਤੇ ਦੱਖਣ ਦੀ ਜਿਹੜੀ ਸੰਧੀ ਹੈ, ਅਗਨ ਕੋਣ ਵਿੱਚ ਉਹ ਨਗਰ ਸੀਗਾ ਜਿਨ੍ਹਾਂ ਨੇ ਦਰਸ਼ਨਾਂ ਲਈ ਇੱਛਾ ਕੀਤੀ ਸੀਗੀ। ਹਾਂਜੀ। ਤਿਤ ਕੋ ਅਜ਼ਮਤ ਕੋ ਕਰ ਜੋਰ, ਜਾਏ ਪਹੁੰਚਤ ਭਾ ਇਕ ਠੌਰ। ਉਥੇ ਸਾਧ ਸੰਗਤ ਜੀ ਕਰਾਮਾਤਾਂ ਦੇ ਜ਼ੋਰ ਨਾਲ ਇੱਕ ਬੰਦਾ ਰਹਿੰਦਾ ਸੀ। ਬਾਬਾ ਬਿਧੀ ਚੰਦ ਸਾਹਿਬ ਜੀ ਉੱਥੇ ਪਹੁੰਚੇ। ਉਸ ਇਲਾਕੇ ਦਾ ਨਾਮ ਸਾਧ ਸੰਗਤ ਜੀ ਦੇਵਨਗਰ ਹੈ, ਜਿਹਨੂੰ ਦਿਓ ਨਗਰ ਵੀ ਕਹਿੰਦੇ ਆ, ਤੇ ਯੂਪੀ ਦੇ ਵਿੱਚ ਇਹ ਇਲਾਕਾ ਹੈ। ਹਾਂਜੀ। ਦਿਓ ਨਗਰ ਇੱਕ ਤਹਾਂ ਬਸੰਤਾ, ਉੱਥੇ ਦੇਵਨਗਰ ਇੱਕ ਨਗਰ ਵਸਦਾ ਹੈ। ਸੁੰਦਰ ਸ਼ਾਹ ਫਕੀਰ ਰਹੰਤਾ, ਉੱਥੇ ਇੱਕ ਫਕੀਰ ਰਹਿੰਦਾ ਜਿਹਦਾ ਨਾਮ ਹੈ ਸੁੰਦਰ ਸ਼ਾਹ, ਤੇ ਲੋਕ ਉਹਨੂੰ ਬਾਬਾ ਸੁੰਦਰ ਸ਼ਾਹ ਜੀ ਕਹਿੰਦੇ ਆ। ਹਾਂਜੀ। ਤਹਾਂ ਸ਼ੁਸ਼ਕ ਤਰ ਹੇਰਨ ਕਰਿਓ, ਬੈਠ ਬਿਧੀ ਚੰਦ ਆਨੰਦ ਲਹਿਓ। ਬਾਬਾ ਬਿਧੀ ਚੰਦ ਜੀ ਜਾ ਰਹੇ ਆ ਤੇ ਜਦੋਂ ਦੇਵਪੁਰ ਵਿੱਚ ਪਹੁੰਚੇ ਨਾ, ਉੱਥੇ ਇੱਕ ਰੁੱਖ ਸੀਗਾ ਜਿਹੜਾ ਸੁੱਕਾ ਪਿਆ ਸੀਗਾ। ਆਖੋ ਸ੍ਰੀ ਵਾਹਿਗੁਰੂ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਕਮਾਈ ਵਾਲੇ ਪੁਰਸ਼, ਬੰਦਗੀ ਵਾਲੇ ਪੁਰਸ਼ਾਂ ਵਿੱਚ ਸਾਧ ਸੰਗਤ ਜੀ ਬੜੀਆਂ ਹੀ ਬਖਸ਼ਿਸ਼ਾਂ ਹੁੰਦੀਆਂ। ਜਿਹੜੇ ਬੰਦਗੀ ਵਾਲੇ ਪੁਰਸ਼ ਹੁੰਦੇ ਆ ਨਾ, ਤੁਰਦੇ ਫਿਰਦੇ ਰੱਬ ਹੁੰਦੇ ਨੇ ਧਰਤੀ ਤੇ, ਤੁਰਦੇ ਫਿਰਦੇ ਰੱਬ। ਬਾਬਾ ਜੀ ਆਰਾਮ ਕਰਨਾ ਸੀਗਾ ਤੇ ਉਸ ਸੁੱਕੇ ਹੋਏ ਰੁੱਖ ਦੇ ਹੇਠਾਂ ਬੈਠ ਗਏ। ਹੇਰਿਓ ਹੋਤ ਭਾਸੋ ਤਤਕਾਲਾ। ਤੇ ਬਸ ਫਿਰ ਕੀ ਸੀ, ਬਾਬਾ ਬਿਧੀ ਚੰਦ ਜੀ ਦੇ ਬੈਠਣ ਦੀ ਦੇਰ ਹੈ, ਰੁੱਖ ਉਸੇ ਸਮੇਂ ਹਰਿਆ ਭਰਿਆ ਹੋ ਗਿਆ ਜੀ, ਹਰਿਆ ਭਰਿਆ ਹੋ ਗਿਆ। ਇਹ ਬਾਬਾ ਬਿਧੀ ਚੰਦ ਜੀ ਤੇ ਸ਼ਕਤੀਆਂ ਨੇ। ਸਾਧ ਸੰਗਤ ਜੀ, ਮੈਨੂੰ ਪਿੱਛੇ ਜੇ ਸਿੰਘ ਨੇ ਬਚਨ ਸੁਣਾਇਆ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਸਥਾਨ ਹੈ। ਅਸੀਂ ਉਸ ਸਥਾਨ ਤੇ ਦਰਸ਼ਨ ਕਰਨ ਗਏ ਸਾਂ। ਇਧਰ ਪੱਟੀ ਫਿਰੋਜ਼ਪੁਰ ਇਲਾਕੇ ਵਿੱਚ ਹੀ ਹੈਗਾ ਜੀ ਉਹ। ਉੱਥੇ ਇੱਕ ਪਿੰਡ ਹੈ ਸ਼ਿਮਲਾ, ਉਸ ਪਿੰਡ ਦਾ ਨਾਮ ਸ਼ਿਮਲਾ ਹੈ। ਤੋ ਮੈਨੂੰ ਸਿੰਘ ਕਹਿਣ ਲੱਗਾ ਵੀ ਕੱਲ ਸ਼ਿਮਲੇ ਪ੍ਰੋਗਰਾਮ ਹੈ ਤੇ ਅਸੀਂ ਜਾਣਾ। ਮੈਂ ਕਿਹਾ ਵੀ ਬੜੀ ਦੂਰ ਦੂਰ ਪ੍ਰੋਗਰਾਮ ਤੇ ਜਾਂਦੇ ਜੇ। ਕਹਿੰਦਾ ਗਿਆਨੀ ਜੀ ਉਹ ਪਹਾੜਾਂ ਵਾਲੇ ਸ਼ਿਮਲੇ 'ਚ ਨਹੀਂ ਜਾਣਾ, ਉਹ ਬਾਬਾ ਬਿਧੀ ਚੰਦ ਜੀ ਦਾ ਭੰਗਵੀਂ ਸਥਾਨ ਹੈ ਤੇ ਵਾਹਿਗੁਰੂ ਬਾਬੇ ਵੀਰ ਸਿੰਘ ਜੀ ਦਾ ਸਥਾਨ ਹੈ, ਉਹਦੇ ਲਾਗੇ ਪਿੰਡ ਹੈ ਸ਼ਿਮਲਾ। ਮੈਂ ਕਿਹਾ ਇਹ ਕੀ ਗੱਲ ਹੈ? ਕਹਿੰਦੇ ਨਾਮ ਤੇ ਸ਼ਿਮਲਾ ਹੀ ਸੀ ਤੇ ਬਾਬਾ ਸੋਹਣ ਸਿੰਘ ਜੀ ਨੇ ਬਚਨ ਕਰਤਾ, ਬਾਬਾ ਦਇਆ ਸਿੰਘ ਜੀ ਦੇ ਪਿਤਾ ਜੀ ਨੇ। ਬਾਬਾ ਸੋਹਣ ਸਿੰਘ ਜੀ ਨੇ ਬਚਨ ਕੀਤਾ ਵੀ ਇਹ ਸ਼ਿਮਲਾ ਵਾਂਗੂ ਠੰਡਾ ਹੀ ਰਿਹਾ ਕਰੇਗਾ। ਕਹਿੰਦੇ ਉੱਥੇ ਗਰਮੀ ਬਹੁਤ ਘੱਟ ਪੈਂਦੀ ਹੈ, ਉਹ ਪਿੰਡ ਨਾ ਠੰਡਾ ਹੀ ਰਹਿੰਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਬਰਕਤਾਂ ਨੇ, ਰਸਨਾ ਤੇ ਸਭ ਕੁਝ ਵਸ ਜਾਂਦਾ ਹੈ। ਬਾਬਾ ਬਿਧੀ ਚੰਦ ਸਾਹਿਬ ਰੁੱਖ ਦੇ ਹੇਠਾਂ ਬੈਠੇ। ਸਾਧ ਸੰਗਤ ਜੀ ਉਹ ਰੁੱਖ ਤੁਰੰਤ ਹਰਿਆ ਭਰਿਆ ਹੋ ਗਿਆ। ਪੁਰ ਜਨ ਦੇਖ ਅਚੰਭ ਵਿਸਾਲਾ। ਉਹ ਲੋਕ ਦੇਵਪੁਰ ਦੇ ਲੋਕਾਂ ਵੇਖਿਆ ਵੀ ਹੱਦ ਕਮਾਲ ਹੋ ਗਈ, ਰੁੱਖ ਖਿੰਨ 'ਚ ਹੀ ਹਰਿਆ ਭਰਿਆ ਹੋ ਗਿਆ। ਇੰਨੀ ਜ਼ਿਆਦਾ ਸ਼ਕਤੀ, ਇੰਨੀ ਜ਼ਿਆਦੀ ਤਾਕਤ। ਹਾਂਜੀ। ਆਏ ਸਭਨ ਸੇਵਾ ਬੜ ਕੀਨ। ਤੇ ਫਿਰ ਸਾਰੇ ਆਏ ਤੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਕਰਨ ਲੱਗ ਪਏ ਵੀ ਇਹ ਤੇ ਬੜੇ ਵੱਡੇ ਮਹਾਂਪੁਰਖ ਨੇ,
ਹਾਂਜੀ, ਦੇਖੈ ਜਨ ਮਹਾਤਮਾ ਚੀਨ। ਉਹਨਾਂ ਵੇਖਿਆ ਵੀ ਇਹ ਬੜੇ ਵੱਡੇ ਮਹਾਤਮਾ ਨੇ, ਬੜੇ ਵੱਡੇ ਮਹਾਂਪੁਰਖ ਨੇ, ਰੁੱਖ ਦੇ ਹੇਠਾਂ ਬੈਠੇ ਨੇ, ਰੁੱਖ ਹੀ ਹਰਿਆ ਭਰਿਆ ਕਰ ਦਿੱਤਾ। ਇਹ ਤਾਂ ਬੜੇ ਵੱਡੇ ਮਹਾਤਮਾ ਨੇ। ਸੁੰਦਰ ਸ਼ਾਹੋ ਬਸ ਹੈ ਤੇ ਕਾਨਨ। ਆਖੋ ਵਾਹਿਗੁਰੂ। ਉਸ ਯੂਪੀ ਦੇ ਇਲਾਕੇ ਦੇ ਵਿੱਚ ਸੁੰਦਰ ਦੇਵਪੁਰ ਦੇ ਵਿੱਚ ਬਾਬਾ ਜੀ ਦੀਆਂ ਬੜੀਆਂ ਸਿਫਤਾਂ ਸ਼ੁਰੂ ਹੋ ਗਈਆਂ। ਬੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਆਇਆ, ਉਹਦੇ ਬੈਠਣ ਦੇ ਨਾਲ ਰੁੱਖ ਹਰਿਆ ਭਰਿਆ ਹੋ ਗਿਆ, ਉਹਦੀ ਪੂਜਾ ਹੋਣ ਲੱਗ ਪਈ। ਤੇ ਉਸ ਇਲਾਕੇ ਦੇ ਵਿੱਚ ਸਾਧ ਸੰਗਤ ਜੀ, ਉਹ ਇੱਕ ਫਕੀਰ ਜਿਹੜਾ ਰਹਿੰਦਾ ਹੈ ਨਾ, ਸੁੰਦਰ ਸ਼ਾਹ, ਹਾਂਜੀ, ਸੁਨਤ ਭਇਓ ਮਹਿਮਾ ਇਹੋ ਕਾਨਨ। ਉਹ ਜੰਗਲ ਵਿੱਚ ਰਹਿੰਦਾ ਸੀ ਤੇ ਲੋਕ ਨਾ ਬਾਬੇ ਸੁੰਦਰ ਸ਼ਾਹ ਨੂੰ ਜੰਗਲ ਵਿੱਚ ਹੀ ਮੱਥਾ ਟੇਕਣ ਜਾਂਦੇ ਹੁੰਦੇ ਸੀਗੇ। ਇਹ ਵੀ ਬੜਾ ਮਾੜਾ ਇੱਕ ਸ਼ੌਂਕ ਜੇ ਜਿਹਨੂੰ ਪੈ ਜਾਵੇ ਮੱਥੇ ਟਿਕਾਉਣ ਦਾ। ਉਹਨੂੰ ਸੁੰਦਰ ਸ਼ਾਹ ਨੂੰ ਇਹ ਸ਼ੌਂਕ ਸੀਗਾ। ਉਹਨੇ ਆਪਣੇ ਕੰਨਾਂ ਦੇ ਨਾਲ ਜਦੋਂ ਬਾਬਾ ਜੀ ਦੀ ਮਹਿਮਾ ਸੁਣੀ, ਬਾਬਾ ਬਿਧੀ ਚੰਦ ਜੀ ਦੀ, ਮਹਾਪੁਰਖ ਇੱਕ ਆਵਨ ਕਰਿਓ, ਕਿ ਉਹਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ, ਆ ਬੱਚੀ ਨੂੰ ਬਿਠਾਓ, ਬਾਬਾ ਜੀ ਮਹਾਂਪੁਰਖ ਆਏ ਨੇ ਬੜੇ ਵੱਡੇ ਸਾਡੇ ਇਲਾਕੇ ਵਿੱਚ। ਹਾਂਜੀ, ਬੈਠਤ ਸੁਸ਼ਕ ਬ੍ਰਿਸ਼ ਭਾ ਹਰਿਓ। ਤੇ ਜਦੋਂ ਉਹ ਸੁੱਕੇ ਰੁੱਖ ਦੇ ਹੇਠਾਂ ਬੈਠੇ ਨਾ, ਰੁੱਖ ਹਰਿਆ ਭਰਿਆ ਹੋ ਗਿਆ। ਹਾਂਜੀ, ਬਿਸਮਤ ਹੋਏ ਹਿਰਨ ਕਉ ਚਾਹਾ। ਉਹ ਬੜਾ ਹੈਰਾਨ ਹੋਇਆ ਸੁੰਦਰ ਸ਼ਾਹ। ਉਹਨੂੰ ਸੀ ਵੀ ਮੈਂ ਵੇਖ ਕੇ ਆਵਾਂ, ਕੌਣ ਐਡਾ ਵੱਡਾ ਮਹਾਤਮਾ ਆ ਗਿਆ ਜਿਹੜਾ ਰੁੱਖ ਹੀ ਹਰੇ ਭਰੇ ਕਰਨ ਲੱਗ ਪਿਆ। ਕੇਹਰ ਏਕ ਹਕਾਰਿਓ ਪਾਹਾ। ਨਾਲੇ ਉਹਨੂੰ ਇਹ ਵੀ ਖਤਰਾ ਹੋ ਗਿਆ ਕਿ ਜੇ ਕੋਈ ਹੋਰ ਵੀ ਆ ਗਿਆ ਤੇ ਮੇਰੀ ਤੇ ਵੈਲਿਊ ਘਟ ਜਾਏਗੀ, ਮੇਰੀ ਤੇ ਮਾਨਤਾ ਘਟ ਜਾਏਗੀ। ਇਹ ਵੀ ਬੜਾ ਪਵਾੜਾ ਹੈਗਾ ਜੀ, ਵੀ ਮੇਰਾ ਸਤਿਕਾਰ ਘਟ ਜਾਏਗਾ, ਲੋਕ ਮੇਰਾ ਸਤਿਕਾਰ ਨਹੀਂ ਕਰਨਗੇ। ਉਹਨੇ ਸੋਚਿਆ ਵੀ ਉਹ ਜਿਹੜਾ ਸਾਧੂ ਆਇਆ ਨਾ, ਉਹਨੂੰ ਡਰਾ ਦਿਆਂ। ਤੇ ਬਾਬਾ ਬਿਧੀ ਚੰਦ ਜੀ ਨੂੰ ਡਰਾਉਣ ਵਾਸਤੇ ਨਾ ਸ਼ੇਰ ਦੀ ਸਵਾਰੀ ਕਰਕੇ ਉਹ ਆਇਆ ਜੀ। ਸ਼ੇਰ ਦੀ ਸਵਾਰੀ ਕਰਕੇ, ਹੁਣ ਜੰਗਲ 'ਚ ਰਹਿੰਦਾ ਸੀ ਤੇ ਜੰਗਲ ਵਿੱਚ ਰਹਿਣ ਕਰਕੇ ਸ਼ੇਰਾਂ ਦੇ ਨਾਲ ਆਮ ਹੀ ਉਹਦਾ ਵਾਹ ਸੀਗਾ। ਸ਼ੇਰ ਦੀ ਸਵਾਰੀ ਕਰਕੇ ਉਹ ਨਗਰ ਵਿੱਚ ਆਇਆ ਜੀ। ਹੋਏ ਅਰੂੜ ਬਿਧੀਏ ਟਿਗ ਆਇਓ। ਜਦੋਂ ਸਾਧ ਸੰਗਤ ਜੀ ਉਹ ਸ਼ੇਰ ਤੇ ਚੜ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਾਸ ਆਇਆ, ਆਪਨ ਸ਼ੇਰ ਤੇ ਚਹਤ ਡਰਾਇਓ। ਉਹ ਚਾਹੁੰਦਾ ਸੀ ਵੀ ਮੈਂ ਸ਼ੇਰ ਦੇ ਨਾਲ ਡਰਾ ਦਿਆਂ ਤੇ ਬਾਬਾ ਜੀ ਇਲਾਕਾ ਛੱਡ ਕੇ ਭੱਜ ਜਾਣ। ਇਹ ਬੜੀ ਮਾੜੀ ਹੈਗੀ ਤੇ ਈਰਖਾ। ਹਾਂਜੀ, ਹੁਤੀ ਨਰਨ ਕੀ ਭੀਰ ਵਡੇਰੇ। ਉਹ ਜਦੋਂ ਆਇਆ ਨਾ ਜੀ ਸੁੰਦਰ ਸ਼ਾਹ ਫਕੀਰ, ਤੇ ਬਾਬਾ ਜੀ ਦੇ ਲਾਗੇ ਬੜੇ ਮਨੁੱਖਾਂ ਦੀ ਭੀੜ ਸੀਗੀ, ਬੜੇ ਮਨੁੱਖ ਆ ਕੇ ਮੱਥਾ ਟੇਕ ਰਹੇ ਸੀਗੇ। ਕੇਹਰ ਭੀਮ ਆਵਤੇ ਨੇਰੇ। ਤੇ ਜਦੋਂ ਉਹਨਾਂ ਨੇ ਵੇਖਿਆ ਵੀ ਵੱਡਾ ਸ਼ੇਰ ਆ ਰਿਹਾ ਤੇ ਸ਼ੇਰ ਦੇ ਉੱਤੇ ਕੋਈ ਪੁਰਸ਼ ਬੈਠਾ ਹੈ, ਭਾਜ ਲੋਕ ਜਾਏ ਪੁਰ ਬਰੇ। ਆਖੋ ਵਾਹਿਗੁਰੂ। ਤੇ ਤੁਸੀਂ ਦੱਸੋ ਵੀ ਸ਼ੇਰ ਨੂੰ ਵੇਖ ਕੇ ਕੀ ਕਰੋਗੇ? ਸਭ ਤੋਂ ਪਹਿਲਾਂ ਭੱਜਾਂਗੇ ਹੀ ਉੱਥੋਂ। ਡਰ ਹੀ ਇਹੋ ਜਿਹਾ ਜੀ, ਸ਼ੇਰ ਹੈ। ਜਦੋਂ ਸ਼ੇਰ ਤੇ ਚੜ ਕੇ ਆਇਆ ਤੇ ਬਾਬਾ ਬਿਧੀ ਚੰਦ ਜੀ ਦੇ ਲਾਗੇ ਜਿੰਨੇ ਵੀ ਸਨ ਨਾ ਬਾਬਾ ਜੀ ਨੂੰ ਨਮਸਕਾਰਾਂ ਕਰਨ ਵਾਲੇ, ਉਹ ਸਾਰੇ ਹੀ ਉੱਥੋਂ ਭੱਜ ਗਏ ਜੀ, ਪਿੰਡ ਵਿੱਚ ਵੜ ਗਏ, ਆਪੋ ਆਪਣੇ ਘਰਾਂ ਵਿੱਚ ਜਾ ਕੇ ਦਾਖਲ ਹੋ ਗਏ। ਬਿਧੀ ਚੰਦ ਇੱਕ ਥਿਰਤਾ ਧਰੇ। ਇੱਕ ਬਾਬਾ ਬਿਧੀ ਚੰਦ ਜੀ ਉੱਥੇ ਬੈਠੇ ਰਹੇ, ਬਾਕੀ ਸਾਰੇ ਹੀ ਚਲੇ ਗਏ ਜੀ। ਕਿਉਂ? ਹੁਣ ਉੱਥੇ ਉਹੋ ਹੀ ਬੈਠੇਗਾ ਨਾ ਜਿਹਨੂੰ ਡਰ ਨਹੀਂ ਲੱਗਦਾ। ਹਾਂਜੀ, ਸੁੰਦਰ ਸ਼ਾਹ ਨਿਕਟ ਜਬ ਆਇਓ। ਜਦੋਂ ਸੁੰਦਰ ਸ਼ਾਹ ਉਹ ਸ਼ੇਰ ਨੂੰ ਲੈ ਕੇ ਨੇੜੇ ਪਹੁੰਚੇ, ਨਿਜ ਕੇਹਰ ਤੇ ਚਾਹਤ ਡਗਰਾਇਓ। ਤੇ ਸਾਧ ਸੰਗਤ ਜੀ ਉਹ ਬਾਬਾ ਜੀ ਨੂੰ ਆਪਣੇ ਸ਼ੇਰ ਦੇ ਅੱਗੇ ਪਾਉਣਾ ਚਾਹੁੰਦਾ ਸੀ, ਡਰਾਉਣਾ ਚਾਹੁੰਦਾ ਸੀ, ਫੜਵਾਉਣਾ ਚਾਹੁੰਦਾ ਸੀ। ਤਬ ਬਿਧੀਏ ਚਖ ਤਾੜ ਬਿਲੋਕਾ। ਆਵਤ ਚੱਲਿਓ ਤੁਰਤ ਹੀ ਰੋਕਾ। ਉਹ ਸ਼ੇਰ ਆ ਰਿਹਾ ਜੀ,
ਐ ਮਟਕਦਾ ਮਟਕਦਾ ਗਰਜਦਾ ਹੋਇਆ ਸ਼ੇਰ ਆ ਰਿਹਾ। ਉੱਤੇ ਸੁੰਦਰ ਸ਼ਾਹ ਫਕੀਰ ਬੈਠਾ। ਬਾਬਾ ਬਿਧੀ ਚੰਦ ਜੀ ਨੇ ਨੇਤਰ ਖੋਲ ਕੇ ਵੇਖਿਆ ਤੇ ਸ਼ੇਰ ਉੱਥੇ ਹੀ ਰੁਕ ਗਿਆ ਜੀ। ਸ਼ੇਰ ਕੋ ਅੱਗੇ ਨਹੀਂ ਵਧਿਆ ਗਿਆ ਜੀ। ਇਹਨੂੰ ਕਹਿੰਦੇ ਚ ਨਾਮ ਦੀ ਸ਼ਕਤੀ। ਭਾਈ ਵੀਰ ਸਿੰਘ ਜੀ ਲਿਖਦੇ ਇੱਕ ਗੱਲ, ਕਹਿੰਦੇ ਇੱਕ ਨਗਰ ਵਿੱਚ ਇੱਕ ਮਹਾਤਮਾ ਬੈਠੇ ਸੀਗੇ। ਡਾਕਟਰ ਭਾਈ ਵੀਰ ਸਿੰਘ ਜੀ ਨੇ ਗੱਲ ਲਿਖੀ ਜਦੋਂ ਉਹ ਨਾਮ ਦੀ ਸ਼ਕਤੀ ਦੱਸਦੇ। ਕਹਿੰਦੇ ਕੁੱਤੇ ਨੂੰ ਹਲਕਾ ਹੋ ਗਿਆ, ਹਲਕਾਇਆ ਕੁੱਤਾ ਜਦੋਂ ਉਧਰ ਨੂੰ ਆਇਆ ਤੇ ਸਾਰੇ ਭੱਜਣ ਵੀ ਤੇ ਹਲਕਾਇਆ ਤੇ ਸਾਨੂੰ ਵੱਢ ਹੀ ਨਾ ਦਵੇ। ਤੇ ਮਹਾਂਪੁਰਖ ਜੁੜੇ ਹੋਏ ਬੈਠੇ ਸੀਗੇ ਤਾਂ ਲੋਕ ਮਹਾਂਪੁਰਖਾਂ ਨੂੰ ਕਹਿਣ ਵੀ ਤੁਸੀਂ ਵੀ ਚੱਲ ਜਾਓ, ਤੁਹਾਨੂੰ ਮਾਰੇ ਨਾ ਕਿਤੇ। ਜਦੋਂ ਕੁੱਤਾ ਆਉਂਦਾ ਵੇਖਿਆ ਨਾ ਮਹਾਂਪੁਰਖਾਂ ਨੇ ਤੇ ਬਸ ਇੰਝ ਹੀ ਕੀਤਾ ਜੀ ਉਹਨੂੰ ਜੀ। ਕੁੱਤਾ ਉੱਥੇ ਹੀ ਰੁਕ ਗਿਆ, ਅੱਗੇ ਨਹੀਂ ਵੱਧ ਸਕਿਆ ਜੀ। ਇਹ ਕਿਹਦੀ ਤਾਕਤ ਹੈ? ਇਹ ਬਾਣੀ ਦੀ ਤਾਕਤ ਹੈ, ਇਹ ਸਿਮਰਨ ਦੀ ਤਾਕਤ ਹੈ। ਬਾਬਾ ਜੀ ਨੇ ਦੇਖਿਆ ਹੀ ਹੈ ਬਸ ਸ਼ੇਰ ਵੱਲ, ਸ਼ੇਰ ਉੱਥੇ ਹੀ ਖਲੋ ਗਿਆ। ਭਾਇਓ ਸਥੰਭ ਸਿਲਾ ਸਮਸ਼ੇਰ। ਤੇ ਨਿਰਾ ਖਲੋ ਹੀ ਨਹੀਂ ਗਿਆ ਸਾਧ ਸੰਗਤ ਜੀ, ਉਹ ਸ਼ੇਰ ਪੱਥਰ ਬਣ ਗਿਆ ਜੀ ਉਸੇ ਵੇਲੇ ਜੀ। ਸ਼ੇਰ ਪੱਥਰ ਦਾ ਬਣ ਗਿਆ। ਹਾਂਜੀ। ਚਰਨ ਬਦਨ ਹਾਲਤ ਨਹਿ ਫੇਰ। ਉਹ ਆਪਣੇ ਪੈਰ ਮੁੱਖ ਪੂਛ ਕੁਛ ਵੀ ਨਹੀਂ ਹਿਲਾ ਸਕਿਆ ਜੀ ਬਾਅਦ ਚੋਂ। ਨਿਜ ਅਜ਼ਮਤ ਕੋ ਸੁੰਦਰ ਸ਼ਾਹੂ। ਉਹ ਜਿਹੜਾ ਸੁੰਦਰ ਸ਼ਾਹ ਫਕੀਰ ਆਪਣੀ ਕਰਾਮਾਤ ਵਿਖਾ ਰਿਹਾ ਸੀ ਨਾ ਜੀ। ਲਾਏ ਰਹਿਓ ਜੋਤਿਕ ਸੀ ਪਾਹੂ। ਉਹਦੇ ਕੋਲ ਜਿੰਨੀ ਸ਼ਕਤੀ ਸੀ ਉਹਨੇ ਸਾਰੀ ਲਾਈ। ਗਰਭ ਸਰਬ ਨਿਜ ਉਰ ਕੋ ਹਰਿਓ। ਪਰ ਸ਼ੇਰ ਮੁੜ ਸ਼ੇਰ ਨਹੀਂ ਬਣ ਸਕਿਆ ਜੀ। ਸ਼ੇਰ ਪੱਥਰ ਦਾ ਹੀ ਹੋ ਗਿਆ। ਤੇ ਜਿੰਨੀ ਸ਼ਕਤੀ ਦਾ ਮਾਣ ਸੀ ਨਾ ਸਾਧ ਸੰਗਤ ਜੀ, ਉਹ ਸਾਰਾ ਮਾਣ ਦੂਰ ਹੋ ਗਿਆ ਜੀ। ਹਾਂਜੀ। ਬੜੋ ਆਪਨੇ ਤੇ ਲਖ ਪਰਿਓ। ਸੁੰਦਰ ਸ਼ਾਹ ਨੂੰ ਪਤਾ ਲੱਗ ਗਿਆ ਇਹ ਕੋਈ ਆਮ ਸਧਾਰਨ ਪੁਰਸ਼ ਨਹੀਂ ਹੈ। ਇਹ ਸ਼ਕਤੀਆਂ ਵਿੱਚ, ਕਰਾਮਾਤਾਂ ਵਿੱਚ, ਕਮਾਈ ਵਿੱਚ ਮੇਰੇ ਤੋਂ ਵੱਡਾ ਹੈ। ਇਹ ਮੇਰੇ ਤੋਂ ਵੱਡਾ ਹੈ। ਹਾਂਜੀ। ਜਾਏ ਬੰਦਨਾ ਕੀਨ ਅਗਾਰੀ। ਤੇ ਜਾ ਕੇ ਨਾ ਫਿਰ ਸੁੰਦਰ ਸ਼ਾਹ ਘੋੜੇ, ਵਾਹਿਗੁਰੂ ਆਪਣੇ ਪੱਥਰ ਵਾਲੇ ਸ਼ੇਰ ਤੋਂ ਉਤਰਿਆ। ਤੇ ਉਹ ਸੁੰਦਰ ਸ਼ਾਹ ਜਿਹੜੇ ਬੜੇ ਮਾਣ ਚ ਆਇਆ ਸੀ, ਉਹ ਸੁੰਦਰ ਸ਼ਾਹ ਨੇ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ ਜਾ ਕੇ ਜੀ। ਹਾਂਜੀ। ਮਹਾਪੁਰਖ ਤੁਮ ਹੋ ਤਪ ਭਾਰੀ। ਤੇ ਪਤਾ ਕੀ ਆਖਿਆ ਵੀ ਤੁਸੀਂ ਤੇ ਬੜੇ ਵੱਡੇ ਮਹਾਂਪੁਰਖ ਹੋ। ਹਾਂਜੀ। ਸ਼ਿਮਹੋ ਅਵਗਿਆ ਹਮ ਤੇ ਭਈ। ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਅਵਗਿਆ ਹੋ ਗਈ ਹੈ, ਮੇਰੇ ਕੋਲੋਂ ਭੁੱਲ ਹੋ ਗਈ। ਸੁੰਦਰ ਸ਼ਾਹ ਨੂੰ ਪਤਾ ਜੂ ਲੱਗ ਗਿਆ ਕਿ ਇਹ ਮੇਰੇ ਤੋਂ ਵੀ ਵੱਡੇ ਨੇ। ਹਾਂਜੀ। ਕੇਹਰ ਕੋ ਅਬ ਦੇਹੋ ਮੁਕਤਈ। ਤੇ ਹੁਣ ਕਿਰਪਾ ਕਰੋ ਤੇ ਇਸ ਸ਼ੇਰ ਨੂੰ ਮੁਕਤ ਕਰ ਦਿਓ। ਇਹ ਪੱਥਰ ਰੂਪ ਹੋ ਗਿਆ। ਹਾਂਜੀ। ਤਬ ਵਿਧਿਆ ਕਹਿ ਜਤਨ ਗਹੀਰ। ਸਤ ਨਾਮ ਕਹਿ ਸ਼ਿਰ ਕਿਉ ਨੀਰ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਫਿਰ ਠੀਕ ਹੈ। ਤਬ ਵਿਧਿਆ ਕਹਿ ਜਤਨ ਗਹੀਰ, ਸਤ ਨਾਮ ਕਹਿ ਛਿਰਕਹੁ ਨੀਰ। ਬਾਬਾ ਬਿਧੀ ਚੰਦ ਕਹਿੰਦੇ ਹੱਥ 'ਚ ਪਾਣੀ ਲੈ ਲਾ ਤੇ ਸਤਨਾਮ ਕਹਿ ਕੇ ਸ਼ੇਰ ਨੂੰ ਛੱਟਾ ਦੇ। ਹਾਂਜੀ। ਸੁੰਦਰ ਸ਼ਾਹ ਕਰਿਓ ਜਬ ਕਹਿਓ। ਪ੍ਰਾਨ ਅੰਤ ਕੇਹਰ ਤਬ ਲਹਿਓ। ਜਦੋਂ ਸੁੰਦਰ ਸ਼ਾਹ ਨੇ ਹੱਥ 'ਚ ਪਾਣੀ ਰੱਖ ਕੇ ਸਤਨਾਮ ਕਹਿ ਕੇ ਛਿੱਟਾ ਦਿੱਤਾ ਤੇ ਸ਼ੇਰ ਦਾ ਸਰੀਰ ਮੁੜ ਠੀਕ ਹੋ ਗਿਆ ਤੇ ਉਹਨੇ ਸਰੀਰ ਛੱਡ ਦਿੱਤਾ ਜੀ। ਹਾਂਜੀ। ਅਪਰ ਦੇਹ ਸੁੰਦਰ ਹੋਏ ਗਈ। ਤੇ ਸਾਧ ਸੰਗਤ ਜੀ, ਉਸ ਸ਼ੇਰ ਦਾ ਤਾਂ ਸਰੀਰ ਹੀ ਪਿਆ ਰਿਹਾ, ਵਿੱਚੋਂ ਆਤਮਾ ਨਿਕਲੀ ਜੀ ਇੱਕ ਜੀ, ਬੜੀ ਸੋਹਣੀ ਆਤਮਾ ਨਿਕਲੀ। ਹਾਂਜੀ। ਵਿਧੀ ਚੰਦ ਕੋ ਬੰਦਨ ਕਈ। ਉਸ ਆਤਮਾ ਨੇ ਬਾਬਾ ਬਿਧੀ ਚੰਦ ਜੀ ਨੂੰ ਮੱਥਾ ਟੇਕਿਆ। ਦੇਖਤ ਬਿਸਮਿਓ ਸੁੰਦਰ ਸ਼ਾਹੂ। ਸੁੰਦਰ ਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ ਵੀ ਸ਼ੇਰ ਦੀ ਆਤਮਾ ਇਹਨੂੰ ਕਿਉਂ ਮੱਥਾ ਟੇਕ ਰਹੀ ਹੈ।
ਹਾਂਜੀ। ਕੋ ਹੈ ਤੂੰ ਕਹੋ ਸੱਚ ਹਮ ਪਾਹੂ। ਆਖੋ ਵਾਹਿਗੁਰੂ। ਤੇ ਸੁੰਦਰ ਸ਼ਾਹ ਕਹਿਣ ਲੱਗਾ, ਸੱਚ ਦੱਸ ਤੂੰ ਕੌਣ ਹੈਗਾ? ਆਤਮਾ ਨੂੰ ਕਹਿਣ ਲੱਗਾ। ਹਾਂਜੀ। ਸੁਨਤ ਆਪਣੀ ਕਥਾ ਸੁਨਾਈ। ਉਹ ਫਿਰ ਆਤਮਾ ਕਹਿਣ ਲੱਗੀ। ਹਾਂਜੀ। ਮੋਕੋ ਜਾਨੋ ਕਿੰਨਰ ਰਾਈ। ਕਹਿੰਦੇ ਫਿਰ ਸੁਣ, ਮੈਂ ਗੰਧਰਵਾਂ ਦਾ ਰਾਜਾ ਆ, ਰਾਜਾ। ਜਿਹੜੇ ਗੰਧਰਵ ਨੇ ਨਾ, ਕਿੰਨਰ, ਮੈਂ ਉਹਨਾਂ ਦਾ ਰਾਜਾ ਸਾਂ। ਹਾਂਜੀ। ਦੇਵ ਸਭਾ ਮੈਂ ਬੈਠੋ ਹੋਇਓ। ਦੇਵਤਿਆਂ ਦੀ ਸਭਾ ਲੱਗੀ ਸੀ ਤੇ ਮੈਂ ਵੀ ਸਭਾ ਵਿੱਚ ਬੈਠਾ ਸਾਂ। ਦੁਰਬਾਸ਼ਾ ਤਹ ਆਵਨ ਕੀਓ। ਤੇ ਰਿਸ਼ੀ ਦੁਰਬਾਸ਼ਾ ਜੀ ਆਏ ਉੱਥੇ। ਹਾਂਜੀ। ਮੋਕੋ ਉਲੰਘ ਅਗਾਰੀ ਜਾਏ। ਉਹਨਾਂ ਨੇ ਅੱਗੇ ਜਾ ਕੇ ਬੈਠਣਾ ਸੀ, ਮੈਂ ਬੈਠਾ ਸਾਂ, ਉਹ ਮੇਰੇ ਤੋਂ ਅੱਗੇ ਲੰਘ ਗਏ। ਬੈਠਿਓ ਰਿਖਬਰ ਸਹਿਜ ਸੁਭਾਏ। ਉਹ ਰਿਖੀ ਰਾਜ ਜਾ ਕੇ ਸਹਿਜ ਸੁਭਾ ਅੱਗੇ ਜਾ ਕੇ ਬਹਿ ਗਏ। ਹਾਂਜੀ। ਮਮ ਉਪਰ ਤੇ ਉਲੰਘਿਓ ਜਬੈ। ਤੇ ਜਦੋਂ ਮੇਰੇ ਸਾਹਮਣੇ ਉਹ ਲੰਘੇ ਨਾ, ਉਹ, ਹਾਂਜੀ, ਰਿਸ ਤੇ ਕਰੂਰ ਦ੍ਰਿਸ਼ਟ ਮੈਂ ਤਬੈ। ਉਹਨਾਂ ਮੈਨੂੰ ਬੁਲਾਇਆ ਨਹੀਂ ਸੀਗਾ ਤੇ ਮੈਂ ਵੀ ਕਿੰਨਰਾਂ ਦਾ ਰਾਜਾ ਸਾਂ। ਮੈਨੂੰ ਬੜਾ ਗੁੱਸਾ ਚੜਿਆ ਵੀ ਇਹ ਰਿਸ਼ੀ ਨੇ ਮੈਨੂੰ ਬੁਲਾਇਆ ਹੀ ਨਹੀਂ। ਇਹ ਬੜਾ ਝੱਕ ਹੈਗਾ ਜੀ ਮਾੜਾ। ਇਹ ਮੈਨੂੰ ਬੁਲਾਇਆ ਹੀ ਨਹੀਂ, ਚੁੱਪ ਕਰਕੇ ਹੀ ਲੰਘ ਗਿਆ। ਹਾਂਜੀ। ਦੁਰਬਾਸ਼ੇ ਜਬ ਮੋਕਾ ਹੀਰਾ। ਤੇ ਮੈਂ ਬੜਾ ਗੁੱਸੇ ਨਾਲ ਅੱਖਾਂ ਕੱਢ ਕੱਢ ਕੇ ਉਹਦੇ ਵੱਲ ਵੇਖਾਂ। ਤੇ ਦੁਰਬਾਸ਼ਾ ਰਿਸ਼ੀ ਨੇ ਜਦੋਂ ਮੇਰੇ ਵੱਲ ਦੇਖਿਆ, ਕਰੂਰ ਬਿਲੋਚਨ ਬਦਨ ਬਡੇਰਾ। ਵੀ ਮੈਂ ਗੁੱਸੇ ਵਿੱਚ ਭੈੜਾ ਜਿਹਾ ਮੁੱਖ ਕਰਕੇ ਅੱਖਾਂ ਕੱਢ ਕੱਢ ਕੇ ਵੇਖਣਿਆ ਸਾਂ। ਤਪ ਨਿਧ ਕ੍ਰੋਧੀ ਸਰਾਪ ਬਖਾਨਾ। ਉਹ ਕ੍ਰੋਧੀ ਸੀ, ਤਪਸਵੀ। ਦੁਰਬਾਸ਼ਾ ਜੀ ਛੇਤੀ ਸਰਾਪ ਦੇ ਦਿੰਦੇ ਸੀ। ਆਖੋ ਵਾਹਿਗੁਰੂ। ਦੁਰਬਾਸ਼ਾ ਰਿਸ਼ੀ ਦੀ ਜਿੰਨੀ ਕਥਾ ਨਾ, ਕੋਈ ਨਾ ਕੋਈ ਸਰਾਪ ਜ਼ਰੂਰ ਦਿੰਦੇ ਜੀ। ਉਹ ਜੀ ਹੈ ਤਪ ਵਾਲੇ ਸੀਗੇ। ਉਹਨਾਂ ਨੇ ਸਰਾਪ ਦੇ ਦਿੱਤਾ। ਮੁਝ ਦਿਸ਼ ਦੇਖਤ ਸ਼ੇਰ ਸਮਾਨਾ। ਉਹ ਕਹਿੰਦੇ ਮੇਰੇ ਵੱਲ ਕੀ ਵੇਖਣਾ ਸ਼ੇਰ ਦੀ ਤਰ੍ਹਾਂ? ਸ਼ੇਰਾਂ ਵਾਂਗੂ ਵੇਖਣੇ ਆ, ਜਿਵੇਂ ਮੈਨੂੰ ਖਾ ਜਾਣਾ ਹੁੰਦਾ। ਹਾਂਜੀ। ਤਰਹੋ ਜੂਨ ਅਵਨੀ ਤਲ ਜਾਏ। ਤੂੰ ਜਿਹੜਾ ਸ਼ੇਰਾਂ ਵਾਂਗੂ ਵੇਖਣੇ ਆ ਨਾ, ਤੈਨੂੰ ਸ਼ੇਰ ਬਣਾਉਣਾ ਹੀ ਪੈਣਾ ਹੈ। ਚੱਲ ਧਰਤੀ ਤੇ ਸ਼ੇਰ ਬਣ ਜਾ ਜਾ ਕੇ। ਸੁਨ ਮੈਂ ਬੂਝਿਓ ਬਹੁ ਡਰ ਪਾਏ। ਮੈਂ ਡਰ ਗਿਆ। ਮੈਂ ਆਖਿਆ ਇਹ ਤੇ ਉਲਟਾ ਤੀਰ ਚੱਲ ਗਿਆ। ਹਾਂਜੀ। ਸਰਾਪ ਅੰਤ ਕਬ ਹੋਵੇ ਮੇਰਾ। ਉਹ ਆਤਮਾ ਸੁਣਾਉਣ ਦਾ ਹੀ ਵੀ ਫਿਰ ਮੈਂ ਦੁਰਬਾਸ਼ਾ ਰਿਸ਼ੀ ਨੂੰ ਪੁੱਛਿਆ, ਮੇਰੇ ਸਰਾਪ ਦਾ ਅੰਤ ਕਦੋਂ ਕੁ ਹੋਏਗਾ? ਹਾਂਜੀ। ਕਿਰਪਾ ਕਰਤ ਬੋਲਿਓ ਤਿਸ ਬੇਰਾ। ਫਿਰ ਉਹਨੇ ਕਿਰਪਾ ਕੀਤੀ ਤੇ ਮੈਨੂੰ ਦੱਸਿਆ, ਸ੍ਰੀ ਗੁਰੂ ਨਾਨਕ ਕਲ ਅਵਤਾਰੇ। ਕਲ ਯੁਗ ਦੇ ਵਿੱਚ ਪੂਰਨ ਅਵਤਾਰ ਪਰਮੇਸ਼ਰ ਦੇ ਆਉਣਗੇ। ਉਹਨਾਂ ਦਾ ਨਾਮ ਗੁਰੂ ਨਾਨਕ ਦੇਵ ਸਾਹਿਬ ਹੋਵੇਗਾ। ਸੋ ਜਬ ਖਸ਼ਟਮ ਬਪ ਕੋ ਧਾਰੇ। ਫਿਰ ਉਹਨਾਂ ਨੇ 6ਵਾਂ ਰੂਪ ਧਾਰਨਾ ਹੈ। ਹਾਂਜੀ। ਤਿਸ ਕੋ ਸਿੱਖ ਗਿਆਨੀ ਇੱਕ ਦੇਖ। ਉਹਨਾਂ ਦਾ ਇੱਕ ਗਿਆਨੀ ਸਿੱਖ ਹੋਏਗਾ। ਤੂੰ ਸ਼ੇਰ ਬਣਿਆ ਹੋਏਗਾ, ਉਹ ਸਿੱਖ ਜਦੋਂ ਤੈਨੂੰ ਦੇਖੇਗਾ, ਤਬ ਮੁਕਤ ਹੈ ਗੋ ਸਰਾਪ ਅਭਿਸ਼ੇਕ। ਉਦੋਂ ਤੇਰੀ ਮੁਕਤੀ ਹੋ ਜਾਏਗੀ। ਵੇਖ ਲੋ ਸਾਧ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰ ਹੈ। ਇੱਥੇ ਸਤਿਗੁਰੂ ਜੀ ਤੇ ਬਹੁਤ ਵੱਡੇ ਨੇ, ਮਹਾਰਾਜ ਦੇ ਸਿੱਖ ਵੀ ਬੜੇ ਬੜੇ ਵੱਡੇ ਹਨ ਜੀ। ਇੱਥੋਂ ਲੱਗਦਾ ਹੈ ਪਤਾ ਵੀ ਬਾਬਾ ਬਿਧੀ ਚੰਦ ਜੀ ਵੀ ਅਵਤਾਰੀ ਪੁਰਸ਼ ਹੀ ਸਨ। ਸ਼ੇਰ ਦਾ ਭਲਾ ਬਾਬਾ ਜੀ ਦੇ ਦੇਖਣ ਕਰਕੇ ਹੋਣਾ ਸੀਗਾ। ਹਾਂਜੀ। ਸੋ ਇਹੋ ਮਿਲਿਓ ਜੂਨ ਛੁੱਟ ਮੇਰੀ। ਉਹ ਹੁਣ ਮੈਨੂੰ ਮਿਲੇ ਆ ਤੇ ਮੇਰੀ ਜੂਨ ਛੁੱਟ ਗਈ ਹੈ। ਮੈਂ ਅਬ ਗਮਨੋ ਦਰਸ਼ਨ ਹੇਰੀ। ਤੇ ਮੈਂ ਹੁਣ ਇਹਨਾਂ ਦੇ ਦਰਸ਼ਨ ਕਰਕੇ ਸੱਚਖੰਡ ਚੱਲਾ ਹਾਂ। ਹਾਂਜੀ। ਧੰਨ ਭਾਗ ਭਾਗ ਧੰਨ ਤੂੰ ਹਮਰੇ ਜਾਨ। ਭਾਗ ਧੰਨ ਤੂੰ ਆਪਣੇ ਜਾਨ। ਤੇ ਸੁੰਦਰ ਸ਼ਾਹ ਫਕੀਰ ਤੇਰੇ ਭਾਗ ਚੰਗੇ ਹੀ।
ਹਾਂਜੀ, ਪੂਰ ਕਾਮਨਾ ਹੋਏ ਮਹਾਨ। ਤੇਰੀ ਕਾਮਨਾ ਪੂਰੀ ਹੋ ਗਈ ਹੈ। ਤੂੰ ਵੀ ਕਿਸੇ ਪੂਰਨ ਪੁਰਸ਼ ਦੇ ਦਰਸ਼ਨ ਕਰਨਾ ਚਾਹੁੰਦਾ ਸੈਂ ਨਾ, ਦਰਸ਼ਨ ਕਰ ਲੈ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਪੂਰਨ ਨਹੀਂ। ਹਾਂਜੀ, ਇਮ ਕਹੈ ਨਭ ਕੀ ਔਰ ਸਿਧਾਰੋ। ਇਹ ਕਹਿ ਕੇ ਇਮ ਕਹਿ ਨਭ ਕੀ ਔਰ ਸਿਧਾਇਓ। ਉਹ ਸਾਧ ਸੰਗਤ ਜੀ ਇਹ ਬਚਨ ਕਹਿ ਕੇ ਆਕਾਸ਼ ਵੱਲ ਨੂੰ ਚਲੇ ਗਿਆ। ਸੁੰਦਰ ਸ਼ਾਹ ਸੁਨਤ ਬਿਸਮਾਇਓ। ਤੇ ਸੁੰਦਰ ਸ਼ਾਹ ਫਕੀਰ ਬਹੁਤ ਹੈਰਾਨ ਹੋਇਆ ਜੀ, ਵੀ ਇੱਕ ਸਿੱਖ ਵੀ ਏਡਾ ਭਲਾ ਕਰ ਸਕਦਾ। ਪਹਿਲਾਂ ਤੇ ਸ਼ੇਰ ਪੱਥਰ ਬਣਾ ਦਿੱਤਾ ਤੇ ਫਿਰ ਉਹਨੂੰ ਮੁਕਤ ਕੀਤਾ ਜੀ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਬੰਦਗੀ ਕਰਨ ਵਾਲੀ ਇੱਕ ਰੂਹ ਹੋਈ ਹੈ, ਬੰਦਗੀ ਕਰਨ ਵਾਲੀ ਇੱਕ ਰੂਹ ਹੋਈ ਹੈ। ਸਾਧ ਸੰਗਤ ਜੀ ਉਹਨਾਂ ਨੂੰ ਠਾਕਰ ਜੀ ਕਹਿੰਦੇ ਸਨ। ਜ਼ਿਕਰ ਉਹਨਾਂ ਦਾ ਬੜੇ ਧਿਆਨ ਨਾਲ ਸੁਣਿਓ। ਠਾਕਰ ਜੀ ਉਹਨਾਂ ਨੂੰ ਕਹਿੰਦੇ ਸੀਗੇ। ਉਹਨਾਂ ਦੀ ਉਮਰ ਕਿੰਨੀ ਲੰਮੀ ਸੀ ਕੋਈ ਨਹੀਂ ਸੀ ਪਤਾ, ਪਰ ਸਰੀਰ ਉਹਨਾਂ ਨੇ ਰੱਖਿਆ ਸੀ ਜਿਵੇਂ 12 ਸਾਲਾਂ ਦਾ ਬੱਚਾ ਹੁੰਦਾ ਹੈ। ਕਿੰਨਾ ਸਰੀਰ ਰੱਖਿਆ? 12 ਸਾਲਾਂ ਦੇ ਬੱਚੇ ਜਿੰਨਾ ਸਰੀਰ ਰੱਖਿਆ। ਠਾਕਰ ਜੀ ਉਹਨਾਂ ਨੂੰ ਸਾਰੇ ਕਹਿੰਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਬੜਾ ਸਤਿਕਾਰ ਕਰਦਾ ਹੁੰਦਾ ਸੀ। ਇੱਧਰ ਕਲਾਨੌਰ ਵੱਲ ਨੂੰ ਮਹਾਰਾਜਾ ਰਣਜੀਤ ਸਿੰਘ ਵਿਚਰ ਰਿਹਾ ਸੀ ਤੇ ਠਾਕਰ ਦੀ ਕਲਾਨੌਰ ਵੱਲ ਨੂੰ ਵਿਚਰ ਰਹੇ ਸੀ ਉਹ ਵੀ। ਮਹਾਰਾਜੇ ਨੂੰ ਮਹਿਸੂਸ ਹੋਇਆ ਵੀ ਮੈਂ ਦਰਸ਼ਨ ਹੀ ਕਰ ਚੱਲਾਂ। ਮਹਾਰਾਜੇ ਦੇ ਨਾਲ ਇੱਕ ਮੁਸਲਮਾਨ ਤਾਂਤਰਿਕ ਸੀਗਾ। ਉਹਨੂੰ ਪਤਾ ਲੱਗਾ ਵੀ ਮਹਾਰਾਜਾ ਰਣਜੀਤ ਸਿੰਘ ਠਾਕਰ ਜੀ ਨੂੰ ਮਿਲਣ ਚੱਲਾ। ਹੁਣ ਮਹਾਰਾਜਾ ਰਣਜੀਤ ਸਿੰਘ ਉਹ ਤਾਂਤਰਿਕ ਦਾ ਵੀ ਬੜਾ ਸਤਿਕਾਰ ਕਰਦਾ ਹੁੰਦਾ ਸੀ। ਤਾਂਤਰਿਕ ਕਹਿੰਦਾ ਵੀ ਗੁਰੂ ਨਾਨਕ ਦੇ ਘਰ 'ਚ ਸ਼ਕਤੀ ਵੀ ਹੈਗੀ ਹੈ ਜਾਂ ਨਿਰੀਆਂ ਗੱਲਾਂ ਹੀ ਨੇ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਅੱਜ ਤੈਨੂੰ ਮੈਂ ਸ਼ਕਤੀ ਵਿਖਾ ਦੇਣਾ ਗੁਰੂ ਨਾਨਕ ਦੇ ਘਰ ਦੀ। ਮੈਂ ਠਾਕਰ ਜੀ ਦੇ ਦਰਸ਼ਨਾਂ ਨੂੰ ਚੱਲਾਂ, ਤੂੰ ਵੀ ਚੱਲ ਤੇ ਦਰਸ਼ਨ ਕਰ ਲੈ। ਉਹ ਕਹਿੰਦਾ ਠੀਕ ਹੈ। ਉਹ ਜਦੋਂ ਦਰਸ਼ਨ ਕਰਨ ਲਈ ਨੇੜੇ ਜੇ ਪਹੁੰਚ ਗਏ ਨਾ, ਉਹ ਮਹਾਰਾਜੇ ਨੂੰ ਕਹਿੰਦਾ ਵੀ ਤੂੰ ਚੱਲ ਤੇ ਮੈਂ ਆਉਣਾ। ਇਹ ਕਿਉਂ ਕਿਹਾ? ਵੀ ਮੈਂ ਵੱਡੀ ਉਮਰ ਦਾ ਤੇ ਉਹ 12 ਸਾਲਾਂ ਦੇ ਬੱਚੇ ਆ ਤੇ ਮੈਨੂੰ ਮੱਥਾ ਟੇਕਣਾ ਪੈਣਾ। ਤੇ ਜਦੋਂ ਮਹਾਰਾਜਾ ਪਹੁੰਚ ਜਾਏਗਾ ਉੱਤੋਂ ਮੈਂ ਜਾਵਾਂਗਾ, ਮੇਰੇ ਸਤਿਕਾਰ 'ਚ ਮਹਾਰਾਜਾ ਉੱਠੇਗਾ ਤੇ ਠਾਕਰ ਜੀ ਨੂੰ ਵੀ ਉੱਠਣਾ ਪੈਣਾ। ਮਹਾਰਾਜਾ ਰਣਜੀਤ ਸਿੰਘ ਪਹਿਲਾਂ ਚਲੇ ਗਿਆ, ਠਾਕਰ ਜੀ ਦੇ ਦਰਸ਼ਨ ਕੀਤੇ। ਕੁਝ ਸਮੇਂ ਬਾਅਦ ਉਹ ਤਾਂਤਰਿਕ ਪਹੁੰਚਿਆ ਤੇ ਮਹਾਰਾਜਾ ਰਣਜੀਤ ਸਿੰਘ ਉੱਠਣ ਲੱਗਾ। ਠਾਕਰ ਜੀ ਕਹਿੰਦੇ ਰਣੂਏ ਬੈਠ ਜਾ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਰਣੂਆ ਕਹਿੰਦੇ ਹੁੰਦੇ ਸੀ। ਰਣੂਏ ਬੈਠ ਜਾ। ਮਹਾਰਾਜਾ ਰਣਜੀਤ ਸਿੰਘ ਬੈਠ ਗਿਆ। ਕਹਿੰਦੇ ਇਹ ਕੌਣ ਹੈ? ਕਹਿੰਦੇ ਜੀ ਇਹ ਬੜੇ ਮਹਾਨ ਤਪਸਵੀ ਤਾਂਤਰਿਕ ਹਨ। ਤਾਂਤਰਿਕ ਬਹਿ ਗਿਆ ਤੇ ਤਾਂਤਰਿਕ ਨੇ ਪੁੱਛਿਆ ਵੀ ਬੱਚੇ ਤੇਰੀ ਉਮਰ ਕਿੰਨੀ ਕੁ ਹੈ? ਠਾਕਰ ਜੀ ਨੂੰ ਪੁੱਛਿਆ ਤੇਰੀ ਉਮਰ ਕਿੰਨੀ ਕੁ ਹੈ? ਠਾਕਰ ਜੀ ਕਹਿਣ ਲੱਗੇ ਮੇਰੇ ਸਾਹਮਣੇ ਕਈ ਵਾਰੀ ਬ੍ਰਹਮਾ ਜੀ ਤੇ ਸ਼ਿਵ ਜੀ ਪੈਦਾ ਹੋਏ ਤੇ ਨਾਸ ਹੋ ਗਏ, ਆਪੇ ਹਿਸਾਬ ਲਾ ਲਾ ਵੀ ਮੇਰੀ ਉਮਰ ਕਿੰਨੀ ਕੁ ਹੈ। ਇਹ ਮੇਰੇ ਸਾਹਮਣੇ ਵਰਤਿਆ ਹੀ ਸਾਰਾ ਕੁਛ। ਉਹ ਵੇਖ ਕੇ ਹੈਰਾਨ ਹੋ ਗਿਆ। ਕਹਿੰਦਾ ਤੁਹਾਡੀ ਅਵਸਥਾ ਕੀ ਹੈ? ਠਾਕਰ ਜੀ ਦੇ ਹੱਥ 'ਚ ਛੜੀ ਸੀਗੀ। ਉਸ ਛੜੀ ਦੇ ਉੱਤੇ ਪਾਣੀ ਦੀ ਬੂੰਦ ਟਿਕੀ ਹੋਈ ਸੀ। ਉਹਨਾਂ ਨੇ ਇੰਜ ਛੜੀ ਘਮਾਈ ਤੋਂ ਪਾਣੀ ਦੀ ਬੂੰਦ ਨਾ ਡਿੱਗੀ ਤੇ ਛੜੀ ਜਦੋਂ ਬਿਲਕੁਲ ਉਹਦੇ ਸਾਹਮਣੇ ਕੀਤੀ ਨਾ ਉਹਦੀਆਂ ਅੱਖਾਂ ਦੇ,
ਤੇ ਉਹ ਤਾਂਤਰਿਕ ਨੂੰ ਪਤਾ ਨਹੀਂ ਕੀ ਹੋਇਆ, ਉਹ ਪੱਥਰ ਦਾ ਬਣ ਗਿਆ ਜੀ। ਉਹਦਾ ਸਰੀਰ ਪੱਥਰ ਦਾ ਹੋ ਗਿਆ।